कबीर ठाकुर पूजै मोल ले, मान हठ तीरथ जाहे। देखा देखी स्वांग धर, भूले पटका खाहे। कबीर पाहन परमेश्वर किया, पूजै सब संसार। इस परवासै जो रहे, बूढ़े काली धार। परम सत्कारयोग चवर छतर तखत वखत दे मालक शब्द गुरु। धन धन साहिब सतगुरु गुरु ग्रंथ साहिब पातशाह महाराज, तिन्हां दी मुबारक हजूरी दी हाजरी भर रहे आप अति सत्कारयोग सत संगी जनों वडभागे हो, जो कि अपने कीमती समय के अंदरों समा कढ़ के सतगुरु जी के पावन दरबार अंदर जोड़ मिल बैठन का सुभागा समा प्राप्त होया है। आओ जिथे बड़े प्यार अदब सत्कार सहित सतगुरु जी की पावनमय बाणी का पाठ उपरंत गुरु के सवारिया पासों सतगुरु जी की पावनमय बाणी का इलाही कीर्तन आपां श्रवण किया है। कुछ समा सतगुरु जी की पावनमय बाणी की विचार नूं श्रवण करन दा यतन करिए, जिन्हां पावन श्लोकां दा पाठ हुणे आपां प्यार अदब सत्कार सहित श्रवण किया है। दो पावन श्लोक भगत कबीर साहब जी की मुखार बिंद रसना तो उच्चारण किए हुए लड़ीवार श्लोकां दे अंदर 135 अते 136 नंबर श्लोक, जो धन धन साहिब सतगुरु गुरु ग्रंथ साहिब पातशाह महाराज जी के पावन अंक 1371 के उत्ते सुभाईमान हैं। अते आपां सारे ही इन्हां पावन श्लोकां नूं बड़े प्यार अते सत्कार सहित जिस समय अखंड पाठ या सहज पाठ आपां करते हैं ते बड़े प्यार सत्कार सहित इन्हां पावन श्लोकां नूं आपां श्रवण करते हैं अते पढ़ते हैं। आओ इन्हां दोनों पावन श्लोकां की विचार नूं आरंभ करन तो पहला जितने भी आपां शरीर करके सतगुरु जी के पावन दरबार अंदर बैठे हाँ, मनो बिरतियां नूं एकाग्र करिए। विचारां की आरंभता तो पहला कलगीधर पातशाह महाराज द्वारा बख्शिश की हुई पावन फतेह प्रवान करिए। कोई भी रसना गुरफतेह तो वांझी ना रहे, बड़े प्यार अदब सत्कार सहित फतेह प्रवान करो अते आखो जी वाहिगुरु जी का खालसा वाहिगुरु जी की फतेह। जिस समय आपां सतगुरु गुरु ग्रंथ साहिब पातशाह महाराज जी की पावन बाणी नूं पढ़ते हैं ਤਾਂ ਸ਼ਲੋਕ 12 ਤੇ ਵਧੇਕ ਦੇ ਅੰਦਰ ਜਦੋਂ ਆਪਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ, ਮਹਾਰਾਜ ਨੇ ਵਾਕ ਬੜੇ ਪਿਆਰੇ ਰੱਖੇ।
ਅਤੇ ਸਤਿਗੁਰ ਮਹਾਰਾਜ ਜੀ ਕਹਿਣ ਲੱਗੇ ਗਿਆਨਹੀਣੰ ਅਗਿਆਨ ਪੂਜਾ। ਅਗਿਆਨਤਾ ਦੇ ਵਿੱਚ ਮਨੁੱਖ ਉਦੋਂ ਹੀ ਪੈਂਦਾ ਹੈ, ਬੰਦੇ ਦੇ ਜੀਵਨ ਦੇ ਅੰਦਰ ਅਗਿਆਨਤਾ ਉਸ ਸਮੇਂ ਆਉਂਦੀ ਹੈ ਜਦੋਂ ਜੀਵਨ ਦੇ ਅੰਦਰ ਗਿਆਨ ਤੋਂ ਸਖਣਾ ਹੋਵੇ, ਜਦੋਂ ਗਿਆਨ ਦੀ ਅਣਹੋਂਦਤਾ ਹੋਵੇ, ਉਸ ਸਮੇਂ ਮਨੁੱਖ ਅਗਿਆਨਤਾ ਦੇ ਵੱਸ ਪੈ ਜਾਂਦਾ ਹੈ। ਵੈਸੇ ਆਪਣੇ ਆਪ ਦੇ ਵਿੱਚ ਅਗਿਆਨਤਾ ਕੋਈ ਚੀਜ਼ ਨਹੀਂ ਹੈ, ਗਿਆਨ ਦਾ ਨਾ ਹੋਣਾ ਹੀ ਅਗਿਆਨਤਾ ਹੈ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਸਮਾਜ ਸੰਸਾਰ ਦੇ ਲੋਕ ਅਗਿਆਨਤਾ ਦੇ ਵਿੱਚ ਇਸ ਕਰਕੇ ਪੈ ਚੁੱਕੇ ਨੇ ਕਿਉਂਕਿ ਇਹਨਾਂ ਦੇ ਜੀਵਨ ਦੇ ਅੰਦਰ ਗਿਆਨ ਦੀ ਕਮੀ ਹੈ। ਗਿਆਨਹੀਣੰ ਅਗਿਆਨ ਪੂਜਾ, ਅੰਧ ਵਰਤਾਵਾ ਭਾਉ ਦੂਜਾ। ਤੇ ਜਦੋਂ ਗਿਆਨ ਜੀਵਨ ਦੇ ਅੰਦਰ ਨਾ ਹੋਇਆ, ਅਗਿਆਨਤਾ ਜੀਵਨ ਦੇ ਅੰਦਰ ਆ ਗਈ ਤਾਂ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਦੇ ਜੀਵਨ ਦੇ ਅੰਦਰ ਹਨੇਰਾ ਆ ਜਾਵੇਗਾ ਅਗਿਆਨਤਾ ਦਾ। ਅੰਧ ਵਰਤਾਵਾ ਭਾਉ ਦੂਜਾ, ਜਿਸ ਦੇ ਸਦਕਾ ਇਸ ਦੇ ਜੀਵਨ ਦੇ ਅੰਦਰ ਰੱਬ ਜੀ ਨੂੰ ਛੱਡ ਕੇ ਹੋਰ ਤਰੀਕੇ ਦੀਆਂ ਵਿਚਾਰਾਂ ਜਿਹੜੀਆਂ ਨੇ ਉਹ ਜੀਵਨ ਦੇ ਅੰਦਰ ਆ ਜਾਣਗੀਆਂ। ਜਿਵੇਂ ਆਪਾਂ ਕੱਲ ਵਿਚਾਰਾਂ ਕੀਤੀਆਂ ਸਨ ਕਿ ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਵਹਿਮ ਭਰਮ ਪਾਖੰਡ ਦੁਨੀਆ ਦੇ ਜਿਤਨੇ ਹਨ ਇਹ ਬੰਦੇ ਦੇ ਜੀਵਨ ਦੇ ਅੰਦਰ ਆ ਜਾਣਗੇ ਜਦੋਂ ਤੱਕ ਜੀਵਨ ਦੇ ਅੰਦਰ ਅਗਿਆਨਤਾ ਹੈ, ਗਿਆਨ ਨਹੀਂ ਹੈ। ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸ਼ਲੋਕਾਂ ਦਾ ਪਾਠ ਆਪਾਂ ਸ਼ਰਵਣ ਕੀਤਾ ਹੈ, ਜਿਨ੍ਹਾਂ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਸਮਾਜ ਸੰਸਾਰ ਦੇ ਅੰਦਰ ਲੋਕ ਕਿਸ ਅਗਿਆਨਤਾ ਦੇ ਵਿੱਚ ਪਏ ਹੋਏ ਹਨ ਉਸ ਦਾ ਦ੍ਰਿਸ਼ਟਾਂਤ ਸਾਡੇ ਸਨਮੁਖ ਰੱਖਿਆ ਹੈ। ਮਹਾਰਾਜ ਕਹਿਣ ਲੱਗੇ ਕਬੀਰ ਠਾਕੁਰ ਪੂਜੈ ਮੋਲ ਲੇ, ਮਨ ਹਠ ਤੀਰਥ ਜਾਹੇ, ਦੇਖਾ ਦੇਖੀ ਸਵਾਂਗ ਧਰ, ਭੂਲੇ ਭਟਕਾ ਖਾਹੇ। ਠਾਕੁਰ ਤੋਂ ਭਾਵ ਹੁੰਦਾ ਹੈ ਰੱਬ ਪਰਮਾਤਮਾ। ਕਹਿਣ ਲੱਗੇ ਦੁਨੀਆ ਦੇ ਲੋਕਾਂ ਨੇ ਰੱਬ ਨੂੰ ਵੀ ਬਖਸ਼ਿਆ ਨਹੀਂ, ਖਰੀਦਣ ਵਾਲਿਆਂ ਨੇ ਵੀ ਤੇ ਵੇਚਣ ਵਾਲਿਆਂ ਨੇ ਵੀ। ਰੱਬ ਨੂੰ ਤਸਵੀਰ ਦੇ ਰੂਪ ਦੇ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ ਤੇ ਜਿਹੜੇ ਲੋਕ ਅਗਿਆਨਤਾ ਦੇ ਵਿੱਚ ਪਏ ਸਨ ਉਹਨਾਂ ਨੇ ਉਸ ਰੱਬ ਨੂੰ, ਪਰਮੇਸ਼ਰ ਨੂੰ ਜਿਹੜਾ ਅਸਲ ਦੇ ਵਿੱਚ ਹੈ ਨਹੀਂ ਰੱਬ, ਤਸਵੀਰ ਨੂੰ ਖਰੀਦਣਾ ਸ਼ੁਰੂ ਕਰ ਦਿੱਤਾ। ਕੀ ਸਮਝ ਕੇ? ਪਰਮਾਤਮਾ ਰੱਬ। ਮਹਾਰਾਜ ਕਹਿਣ ਲੱਗੇ ਕਬੀਰ ਠਾਕੁਰ ਪੂਜੈ ਮੋਲ ਲੇ, ਮਨ ਹਠ ਤੀਰਥ ਜਾਹੇ। ਮਨ ਹਠ ਤੋਂ ਭਾਵ ਹੁੰਦਾ ਹੈ ਆਪਣੀ ਮਨ ਮਰਜ਼ੀ ਦੇ ਮੁਤਾਬਕ, ਆਪਣੇ ਮਨ ਦੇ ਪਿੱਛੇ ਲੱਗ ਕੇ ਇਹਨਾਂ ਨੇ ਤੀਰਥਾਂ ਦਾ ਗਵਨ ਕਰਨਾ ਸ਼ੁਰੂ ਕਰ ਦਿੱਤਾ, ਤੀਰਥਾਂ ਤੇ ਜਾਣਾ ਸ਼ੁਰੂ ਕਰ ਦਿੱਤਾ। ਵੈਸੇ ਬੇਨਤੀ ਕਰਾਂ, ਤੀਰਥਾਂ ਤੇ ਜਾਣਾ ਗਲਤ ਨਹੀਂ, ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨੇ ਗਲਤ ਨਹੀਂ, ਪਰ ਜੇ ਮਨ ਦੇ ਵਿੱਚ ਇਸ ਤਰੀਕੇ ਦਾ ਕੋਈ ਭਰਮ ਭੁਲੇਖਾ ਹੈ ਕਿ ਫਲਾਣੀ ਹੀ ਜਗ੍ਹਾ ਦੇ ਉੱਤੇ ਜਾ ਕੇ ਸਾਡੀ ਮੰਨਤ ਪੂਰੀ ਹੋਏਗੀ, ਫਲਾਣੇ ਹੀ ਤੀਰਥ ਦੇ ਉੱਤੇ ਜਾ ਕੇ ਸਾਡਾ ਜੀਵਨ ਸਫਲ ਹੋਵੇਗਾ, ਨਹੀਂ, ਇਸ ਤਰ੍ਹਾਂ ਨਹੀਂ ਹੈ। ਕਿਉਂਕਿ ਉਸ ਤੀਰਥ ਅਸਥਾਨ ਦੇ ਉੱਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਉਹੀ ਹਨ ਤੇ ਇੱਥੇ ਵੀ ਗੁਰਦੁਆਰੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਉਹੀ ਮੌਜੂਦ ਹਨ। ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨਾ ਅਲੱਗ ਵਿਸ਼ਾ ਹੈ, ਪਰ ਮਨ ਦੇ ਵਿੱਚ ਭਰਮ ਕਿਸੇ ਤਰੀਕੇ ਦਾ ਰੱਖ ਕੇ ਫਿਰ ਉਚੇਚੇ ਤੌਰ ਤੇ ਦਰਸ਼ਨਾਂ ਦੇ ਵਾਸਤੇ ਜਾਣਾ, ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹ ਬੰਦੇ ਦੇ ਮਨ ਦਾ ਹੱਟ ਹੈ। ਬੰਦਾ ਸੋਚਦਾ ਹੈ ਕਿ ਇਸ ਤਰੀਕੇ ਦੇ ਨਾਲ ਜੀਵਨ ਸਫਲ ਹੋ ਜਾਵੇਗਾ, ਮਹਾਰਾਜ ਕਹਿੰਦੇ ਨਹੀਂ। ਕਬੀਰ ਠਾਕੁਰ ਪੂਜੈ ਮੋਲ ਲੇ, ਮਨ ਹਠ ਤੀਰਥ ਜਾਹੇ, ਦੇਖਾ ਦੇਖੀ ਸਵਾਂਗ ਧਰ, ਭੂਲੇ ਭਟਕਾ
ਖਾਹੇ ਸਾਡੇ ਲੋਕ ਪਿੱਛੇ ਨਹੀਂ ਰਹਿੰਦੇ। ਮੰਨ ਲਓ ਕੋਈ ਕਿਸੇ ਤਰੀਕੇ ਦਾ ਕੰਮ ਕਰੇਗਾ ਨਾ, ਭਾਵੇਂ ਵੈਸੇ ਹੀ ਕਰਦਾ ਹੋਵੇ, ਪਰ ਜਦੋਂ ਅਸੀਂ ਵੇਖ ਲਿਆ ਅਸੀਂ ਉਸ ਕੰਮ ਤੋਂ ਰੋਕ ਨਹੀਂ ਸਕਦੇ, ਅਸੀਂ ਬੜੀ ਛੇਤੀ ਦੂਜੇ ਦਿਨ ਹੀ ਕਰਨਾ ਸ਼ੁਰੂ ਕਰ ਦਿੰਦੇ ਹਾਂ। ਮਹਾਰਾਜ ਕਹਿੰਦੇ ਰੱਬ ਦੇ ਪ੍ਰਤੀ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸਿੱਖਾਂ ਨੇ ਇਸ ਤਰੀਕੇ ਦੇ ਨਾਲ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ। ਜਿਹੜੇ ਸਿੱਖ ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਇਹ ਵਾਕ ਅੰਮ੍ਰਿਤ ਵੇਲੇ ਪੜ੍ਹਦੇ ਸਨ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਕਹਿਣ ਲੱਗੇ ਇਹ ਵੀ ਜੇ ਕਿਤੇ ਧਾਰਮਿਕ ਸਥਾਨਾਂ ਦੀ ਯਾਤਰਾ ਦੇ ਉੱਤੇ ਗਏ ਤੇ ਉੱਥੋਂ ਖਰੀਦ ਕੇ ਤਸਵੀਰਾਂ ਹੀ ਲੈ ਕੇ ਆਏ, ਮਨ ਦੇ ਵਿੱਚ ਭਰਮ ਇਦਾਂ ਦਾ ਪਾ ਕੇ ਕਿ ਸ਼ਾਇਦ ਅਸੀਂ ਰੱਬ ਨੂੰ ਖਰੀਦ ਕੇ ਲੈ ਕੇ ਚੱਲੇ ਹਾਂ। ਮਹਾਰਾਜ ਕਹਿੰਦੇ ਦੇਖਾ ਦੇਖੀ ਸਵਾਂਗ ਧਾਰ, ਦੂਜੇ ਲੋਕਾਂ ਵੱਲ ਨੂੰ ਵੇਖ ਕੇ ਇਹਨਾਂ ਨੇ ਵੀ ਜੀਵਨ ਦੇ ਅੰਦਰ ਉਦਾਂ ਦਾ ਸਵਾਂਗ ਬਣਾ ਲਿਆ ਕਿ ਅਸੀਂ ਵੀ ਰੱਬ ਦੀ ਪੂਜਾ ਕਰ ਰਹੇ ਹਾਂ। ਠੀਕ ਹੈ, ਜਿਨ੍ਹਾਂ ਦੇ ਇਦਾਂ ਦੇ ਵਿਚਾਰ ਹਨ ਉਹ ਤੇ ਕਰਨ, ਜੀ ਸੱਜ ਕੇ ਕਰਨ, ਮੂਰਤੀ ਪੂਜਾ ਕਰਨ, ਤਸਵੀਰਾਂ ਘਰਾਂ ਦੇ ਵਿੱਚ ਲਾਉਣ, ਉਹਨਾਂ ਨੂੰ ਮੁਬਾਰਕ ਹੈ। ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸਿੱਖਾਂ ਨੂੰ ਤੇ ਇਹ ਗੱਲ ਸ਼ੋਭਾ ਨਹੀਂ ਦਿੰਦੀ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਨਮਸਕਾਰ ਕਰਨ ਵਾਲਾ ਸਿੱਖ ਜਿਹੜਾ ਇਹਨਾਂ ਤੁਕਾਂ ਦਾ ਪਾਠ ਪੜ੍ਹਦਾ ਵੀ ਹੈ, ਕਰਦਾ ਵੀ ਹੈ, ਸ਼ਰਵਣ ਵੀ ਕਰਦਾ ਹੈ, ਤੇ ਉਹ ਵੀ ਇਦਾਂ ਦੇ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚ ਪੈ ਜਾਵੇ। ਮਹਾਰਾਜ ਕਹਿੰਦੇ ਇਹ ਤੇ ਦੁਨੀਆ ਨੂੰ ਵਿਖਾਉਣ ਵਾਸਤੇ ਹੀ ਹੈ ਕਿ ਮੈਂ ਵੀ ਬੜਾ ਤਕੜਾ ਧਰਮੀ ਹਾਂ। ਦੇਖਾ ਦੇਖੀ ਸਵਾਂਗ ਧਾਰ, ਭੂਲੇ ਭਟਕਾ ਖਾਹੇ। ਕਹਿਣ ਲੱਗੇ ਇਹ ਅਸਲ ਦੇ ਵਿੱਚ ਬੰਦੇ ਭਟਕਣਾ ਦੇ ਵਿੱਚ ਪਏ ਹੋਏ ਹਨ, ਐਵੇਂ ਆਪਣਾ ਜੀਵਨ ਖਚਿਤ ਬਰਬਾਦ ਕਰ ਰਹੇ ਹਨ। ਤੇ ਜਦੋਂ ਜੀਵਨ ਦੇ ਅੰਦਰ ਗਿਆਨ ਆ ਜਾਂਦਾ ਹੈ ਨਾ, ਉਦੋਂ ਬੰਦੇ ਦੇ ਜੀਵਨ ਦੇ ਅੰਦਰੋਂ ਅਜਿਹੀਆਂ ਵਿਚਾਰਾਂ ਜਿਹੜੀਆਂ ਨੇ ਬੰਦੇ ਦੇ ਜੀਵਨ ਜ਼ਿੰਦਗੀ ਦੇ ਅੰਦਰੋਂ ਦੂਰ ਹੋ ਜਾਂਦੀਆਂ ਹਨ। ਇਤਿਹਾਸ ਦੀ ਘਟਨਾ ਸਾਂਝੀ ਕਰਾਂ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਦੌਰਾਨ ਕੰਗ ਮਾਈ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਦਾ ਪਿੰਡ, ਜਿੱਥੋਂ ਦਾ ਰਹਿਣ ਵਾਲਾ ਭਾਈ ਮੰਝ ਹੈ, ਉਸ ਦਾ ਨਿੱਤ ਦਾ ਕਰਮ ਸੰਖੇਪ ਜੀ ਵਿਚਾਰ ਕਰਾਂਗਾ ਭਾਈ ਮੰਝ ਦੇ ਜੀਵਨ ਤੇ, ਕਿਉਂਕਿ ਕਈ ਵਾਰ ਆਪਾਂ ਅਜਿਹੀਆਂ ਸਾਖੀਆਂ ਸੁਣੀਆਂ ਹੋਣਗੀਆਂ, ਪੜ੍ਹੀਆਂ ਹੋਣਗੀਆਂ। ਉਸ ਦਾ ਕੰਮ ਸੀ ਕਿ ਆਪਣੇ ਘਰ ਦੇ ਵਿੱਚ ਇਕੱਠ ਕਰਕੇ ਮਿੱਠੀ ਰੋਟ ਜਿਸ ਨੂੰ ਕਹਿ ਦਿੰਦੇ ਹਾਂ, ਉਹ ਬਣਾ ਕੇ ਹਰ ਵੀਰਵਾਰ ਨੂੰ ਪ੍ਰਸ਼ਾਦ ਸੰਗਤਾਂ ਦੇ ਵਿੱਚ ਵਰਤਾਉਣਾ। ਤੇ ਵੀਰਵਾਰ ਵਾਲੇ ਦਿਨ ਤੇਲ ਆਦਿਕ ਜਿਹੜਾ ਹੈ ਉਹ ਪੀਰਖਾਨਾ ਇੱਕ ਬਣਾਇਆ ਹੋਇਆ ਸੀ ਘਰ ਦੇ ਵਿੱਚ, ਉੱਥੇ ਤੇਲ ਆਦਿਕ ਜਿਹੜਾ ਹੈ ਉਹ ਵੀਰਵਾਰ ਨੂੰ ਚੜਾਉਣਾ। ਉਸ ਤੋਂ ਬਾਅਦ 1585 ਦੇ ਵਿੱਚ ਇਹ ਸਖੀ ਸਰਵਰੀਆਂ ਦਾ ਆਗੂ ਸੀ। ਸਖੀ ਸਰਵਰੀਏ ਤੋਂ ਭਾਵ ਹੁੰਦਾ ਹੈ ਜਿਹੜਾ ਅੱਧਾ ਹਿੰਦੂ ਧਰਮ ਨੂੰ ਗ੍ਰਹਿਣ ਕਰਦਾ ਹੋਵੇ ਤੇ ਅੱਧਾ ਮੁਸਲਮਾਨ ਭਰਾਵਾਂ ਵਾਲੇ ਵਿਚਾਰ ਨੂੰ ਸਵੀਕਾਰ ਕਰਦਾ ਹੋਵੇ, ਉਸ ਨੂੰ ਸਖੀ ਸਰਵਰੀਆ ਕਿਹਾ ਜਾਂਦਾ ਹੈ। ਜਿਹੜਾ ਦੋ ਬੇੜੀਆਂ ਦੇ ਵਿੱਚ ਹੋਵੇ, ਅੱਧਾ ਹਿੰਦੂ ਵੀਰਾਂ ਦੀ ਗੱਲ ਨੂੰ ਸਵੀਕਾਰ ਕਰਦਾ ਹੋਵੇ ਤੇ ਅੱਧੀ ਵਿਚਾਰ ਮੁਸਲਮਾਨ ਭਰਾਵਾਂ ਦੀ ਸਵੀਕਾਰ ਕਰਦਾ ਹੋਵੇ, ਤਾਂ ਆਪਣੇ ਘਰ ਪਰਿਵਾਰ ਦੇ ਵਿੱਚ ਇਸ ਤਰੀਕੇ ਦੀ ਵਿਚਾਰ ਰੱਖੇ। ਹਰ ਵੀਰਵਾਰ ਬੜਾ ਤਕੜਾ ਇਕੱਠ ਹੋਣਾ, ਲੋਕਾਂ ਨੇ ਚੱਲ ਕੇ ਆਉਣਾ ਕਿ ਭਾਈ ਅਸੀਂ ਅੱਜ ਰੱਬ ਦੇ ਦਰਸ਼ਨ ਕਰਨ ਚੱਲੇ ਹਾਂ ਪੀਰਖਾਨੇ ਦੇ ਵਿੱਚ। ਉੱਥੇ ਵੱਖੋ ਵੱਖਰੇ ਤਰੀਕੇ ਦੇ ਨਾਲ ਵਸਤੂਆਂ ਆਦਿ ਭੇਂਟ ਕਰਾਂਗੇ। ਇਸ ਤਰੀਕੇ ਦੇ ਨਾਲ ਹੋ ਸਕਦਾ ਹੈ ਕਿ ਸਾਡਾ ਜੀਵਨ, ਸਾਡੀ ਜ਼ਿੰਦਗੀ ਜਿਹੜੀ ਹੈ ਉਹ ਸਫਲ ਹੋ ਜਾਵੇ, ਜ਼ਿੰਦਗੀ ਦੇ ਕਾਰਜ ਜਿਹੜੇ ਨੇ ਇਹ ਸਾਡੇ ਰਾਸ ਹੋ ਜਾਣ। 1585 ਦੇ ਵਿੱਚ ਜਦੋਂ ਨਿਗਾਹੇ ਤੋਂ ਵਾਪਸ ਆ ਰਿਹਾ ਹੈ, ਆਪਣੇ ਪੀਰ ਨੂੰ ਮੱਥਾ ਟੇਕ ਕੇ ਉਥੋਂ ਇਕੱਠ ਦੇ ਨਾਲ ਵਾਪਸ ਆ ਰਿਹਾ ਹੈ, ਤਾਂ ਕੀ ਵੇਖਦਾ ਹੈ? ਸਨ 1585 ਦੀ ਗੱਲ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਉੱਚੀ ਉੱਚੀ ਆਵਾਜ਼ ਦੇ ਵਿੱਚ ਬਾਣੀ ਨੂੰ ਪੜ੍ਹ ਰਹੇ ਹਨ ਅਤੇ ਕੁਝ ਲੋਕ ਬਾਣੀ ਨੂੰ ਸ਼ਰਵਣ ਕਰ ਰਹੇ ਹਨ।
ਜਿੱਥੇ ਕਿਤੇ ਲੰਗਰ ਤਿਆਰ ਹੋ ਰਿਹਾ ਹੈ ਉੱਥੇ ਵੀ ਸੰਗਤਾਂ ਆਪਣੀ ਸੁਰਤ ਜਿਹੜੀ ਹੈ ਉਹ ਬਾਣੀ ਦੇ ਨਾਲ ਜੋੜ ਕੇ ਬੈਠੀਆਂ ਹੋਈਆਂ ਹਨ। ਕਿਸੇ ਵੀ ਤਰੀਕੇ ਦੇ ਵਿੱਚ ਕੋਈ ਵੀ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਜਿਹੜਾ ਉਸ ਸਮੇਂ ਮੌਜੂਦ ਸੀ, ਸਾਰਿਆਂ ਦੇ ਮਨ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਬੋਲ ਗੂੰਜ ਰਹੇ ਸਨ। ਸਾਰੇ ਆਪਣੀ ਰਸਨਾ ਤੋਂ ਗਾ ਰਹੇ ਸਨ, ਸਾਰੇ ਆਪਣੇ ਕੰਨਾਂ ਦੇ ਨਾਲ ਉਹਨਾਂ ਬੋਲਾਂ ਨੂੰ ਸੁਣ ਰਹੇ ਸਨ। ਭਾਈ ਮੰਝ ਤੋਂ ਰਿਹਾ ਨਹੀਂ ਗਿਆ। ਭਾਈ ਮੰਝ ਵੀ ਜਾ ਕੇ ਸੰਗਤ ਦੇ ਵਿੱਚ ਬੈਠ ਗਿਆ ਕਿ ਇਹ ਅਸਲ ਦੇ ਵਿੱਚ ਆਵਾਜ਼ ਆ ਰਹੀ ਹੈ, ਇੰਨੀ ਮਿੱਠੀ ਬਾਣੀ ਦੀ ਆਵਾਜ਼ ਕੰਨਾਂ ਦੇ ਵਿੱਚ ਗੂੰਜ ਰਹੀ, ਅਸਲ ਦੇ ਵਿੱਚ ਹੈ ਕਿ ਇੱਕ ਵਾਰ ਇਸ ਇਕੱਠ ਦੇ ਅੰਦਰ ਜਾ ਕੇ ਬੈਠ ਕੇ ਵੇਖੀਏ ਤੇ ਸਹੀ ਕਿ ਅਸਲ ਦੇ ਵਿੱਚ ਜਿਹੜੀ ਆਵਾਜ਼ ਗੂੰਜਦੀ ਕੰਨਾਂ ਦੇ ਵਿੱਚ ਪੈ ਰਹੀ ਹੈ, ਇਸ ਦੇ ਵਿੱਚ ਹੈ ਕਿ ਭਾਈ ਮੰਝ ਵੀ ਜਿਹੜਾ ਹੈ ਉਸ ਸੰਗਤੀ ਰੂਪ ਦੇ ਵਿੱਚ ਜਾ ਕੇ ਬੈਠ ਗਿਆ। ਦੀਵਾਨ ਦੀ ਸਮਾਪਤੀ ਹੋਈ। ਜਿਹੜੇ ਲੋਕ, ਜਿਹੜੀਆਂ ਸੰਗਤਾਂ ਪਹਿਲੀ ਵਾਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਗਏ ਸਨ ਵਿਚਾਰ ਵਟਾਂਦਰਾ ਕਰਨ ਦੇ ਵਾਸਤੇ, ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਮੁਲਾਕਾਤ ਕਰਨ ਵਾਸਤੇ, ਉਹਨਾਂ ਨੂੰ ਮਿਲਣ ਦੇ ਵਾਸਤੇ ਉੱਥੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬੈਠ ਗਏ ਤਾਂ ਭਾਈ ਮੰਝ ਵੀ ਜਿਹੜਾ ਹੈ ਉਹਨਾਂ ਸੰਗਤਾਂ ਦੇ ਵਿੱਚ ਬੈਠ ਗਿਆ। ਬਾਕੀ ਦੇ ਲੋਕ ਆਪੋ ਆਪਣੀ ਸੇਵਾ ਦੇ ਵਿੱਚ ਜੁਟ ਗਏ। ਜਿਨ੍ਹਾਂ ਨੇ ਘਰਾਂ ਨੂੰ ਜਾਣਾ ਸੀ ਉਹ ਘਰਾਂ ਨੂੰ ਚਲੇ ਗਏ। ਅਕਸਰ ਨੇੜੇ ਵਾਲੇ ਜਿਹੜੇ ਹੁੰਦੇ ਹਨ ਉਹ ਸੰਗਤ ਕਰਕੇ ਵਾਪਸ ਆਪਣੇ ਘਰ ਨੂੰ ਚਲੇ ਜਾਂਦੇ ਹਨ, ਦੂਸਰੇ ਦਿਨ ਫਿਰ ਵਾਪਸ ਆ ਜਾਂਦੇ ਹਨ। ਤਾਂ ਭਾਈ ਮੰਝ ਜੀ ਦੀ ਵਿਚਾਰ ਵਟਾਂਦਰਾ ਜਿਸ ਸਮੇਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹੁੰਦਾ ਹੈ ਤਾਂ ਭਾਈ ਮੰਝ ਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਕਹਿੰਦੇ, ਤੁਸੀਂ ਕੀ ਕੰਮ ਕਰਦੇ ਹੋ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ। ਉਸਨੇ ਆਪਣਾ ਸਾਰਾ ਬਾਇਓਡਾਟਾ ਦੱਸਿਆ ਕਿ ਮੈਂ ਫਲਾਣੀ ਜਗ੍ਹਾ ਤੇ ਰਹਿਣਾ ਹਾਂ, ਫਲਾਣੀ ਜਗ੍ਹਾ ਤੋਂ ਆ ਰਿਹਾ ਹਾਂ ਤੇ ਮੈਂ ਇਸ ਵਾਸਤੇ ਤੁਹਾਡੇ ਕੋਲ ਆਇਆ ਹਾਂ। ਤੁਹਾਡੀ ਇਸ ਇਕੱਠ ਦੇ ਵਿੱਚੋਂ ਕੁਝ ਗੂੰਜ ਮੇਰੇ ਕੰਨਾਂ ਦੇ ਵਿੱਚ ਪੈ ਰਹੀ ਸੀ, ਕੁਝ ਬੋਲ ਮੇਰੇ ਕੰਨਾਂ ਦੇ ਵਿੱਚ ਗੂੰਜ ਰਹੇ ਸਨ। ਮੈਂ ਇਸ ਵਾਸਤੇ ਇਸ ਇਕੱਠ ਦੇ ਵਿੱਚ ਆ ਗਿਆ। ਤਾਂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਫਿਰ ਇਸ ਤੋਂ ਬਾਅਦ ਹੁਣ ਤੁਸੀਂ ਕੀ ਚਾਹੁੰਦੇ ਹੋ। ਤਾਂ ਭਾਈ ਮੰਝ ਦਾ ਇੱਕੋ ਜਵਾਬ ਸੀ, ਮਹਾਰਾਜ ਕਿਰਪਾ ਕਰੋ ਕਿ ਮੈਂ ਵੀ ਤੁਹਾਡੀ ਇਸ ਬਾਣੀ ਨੂੰ ਆਪਣੇ ਜੀਵਨ ਦੇ ਅੰਦਰ ਕਮਾ ਸਕਾਂ, ਮੈਂ ਵੀ ਇਸ ਬਾਣੀ ਦੇ ਬੋਲਾਂ ਨੂੰ ਪੜ੍ਹ ਸੁਣ ਸਕਾਂ। ਜਿਵੇਂ ਸੰਗਤਾਂ ਨਿਤ ਦਿਹਾੜੇ ਤੁਹਾਡੇ ਦਰਸ਼ਨਾਂ ਨੂੰ ਆਉਂਦੀਆਂ ਹਨ, ਮੈਂ ਵੀ ਇਸ ਸੰਗਤ ਦੇ ਵਿੱਚ ਆ ਕੇ ਬੈਠਾ ਕਰਾਂ ਤੇ ਤੁਹਾਡੇ ਦਰਸ਼ਨ ਰੋਜ਼ ਆਪਣੇ ਜੀਵਨ, ਆਪਣੀ ਜ਼ਿੰਦਗੀ ਦੇ ਅੰਦਰ ਕਰ ਸਕਾਂ। ਇਦਾਂ ਦਾ ਸਮਾਂ ਬਖਸ਼ੋ। ਤਾਂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਕੰਮ ਕੀ ਕਰਦਾ ਹੈ, ਤੁਹਾਡਾ ਨਿਤ ਦਾ ਕਰਮ ਕੀ ਹੈ। ਤਾਂ ਭਾਈ ਮੰਝ ਨੇ ਜਵਾਬ ਦਿੱਤਾ ਕਿ ਵੀਰਵਾਰ ਵਾਲੇ ਦਿਨ ਸਾਡੇ ਘਰ ਇੱਕ ਇਕੱਠ ਹੁੰਦਾ ਹੈ ਸੰਗਤਾਂ ਦਾ, ਜਿਸ ਇਕੱਠ ਦੇ ਵਿੱਚ ਅਸੀਂ ਜਿਹੜਾ ਪੀਰਖਾਨਾ ਘਰ ਦੇ ਵਿੱਚ ਬਣਾਇਆ ਹੋਇਆ ਹੈ, ਉਸ ਪੀਰਖਾਨੇ ਦੇ ਉੱਤੇ ਅਸੀਂ ਵੱਖ-ਵੱਖ ਤਰੀਕੇ ਦੇ ਨਾਲ ਤੇਲ ਜਾਂ ਹੋਰ ਵਸਤੂਆਂ ਜੋ ਵੀ ਸ਼ਰਧਾ ਮੁਤਾਬਕ ਬੰਦੇ ਦੀਆਂ ਬਣਦੀਆਂ ਹਨ ਉਹ ਸਾਰੀਆਂ ਚੜਾਉਂਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਉਸ ਨੂੰ ਨਮਸਕਾਰ ਕਰਦੇ ਹਾਂ। ਮਹਾਰਾਜ ਨੇ ਇੱਕ ਬਚਨ ਬੜਾ ਸੌਖਾ ਜਿਹਾ ਕਿਹਾ। ਮਹਾਰਾਜ ਕਹਿੰਦੇ, ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕ ਸਕਦੀ। ਭਾਵ ਕਿ ਜੇ ਤੂੰ ਅਕਾਲ ਪੁਰਖ ਪਰਮਾਤਮਾ ਦਾ ਸਿੱਖ ਬਣਨਾ ਚਾਹੁੰਦਾ ਹੈ, ਅਕਾਲ ਪੁਰਖ ਪਰਮਾਤਮਾ ਦੇ ਭੈ ਭਾਵਨੀ ਵਾਲਾ ਬਣਨਾ ਚਾਹੁੰਦਾ ਹੈ, ਤਾਂ ਇਦਾਂ ਦੇ ਫੋਕਟ ਕਰਮ ਜਿਹੜੇ ਹਨ ਇਹ ਤੈਨੂੰ ਆਪਣੇ ਜੀਵਨ, ਆਪਣੀ ਜ਼ਿੰਦਗੀ ਦੇ ਅੰਦਰੋਂ ਛੱਡਣੇ ਪੈਣਗੇ। ਉਸ ਤੋਂ ਬਾਅਦ ਇੱਕ ਚੀਜ਼ ਜੀਵਨ ਦੇ ਅੰਦਰੋਂ ਛੱਡੇਗਾ, ਫਿਰ ਤੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਜਿਹੜਾ ਹੈ ਇਹ ਬਣ ਸਕਦਾ ਹੈ। ਇੱਕ ਹੀ ਚੀਜ਼ ਰਹੇਗੀ, ਜਾਂ ਤੇ ਤੇਰੇ ਘਰ ਪੀਰਖਾਨਾ ਟਿਕੇਗਾ ਤੇ ਜਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਦੀ ਵਿਚਾਰ ਟਿਕੇਗੀ। ਦੋਵੇਂ ਚੀਜ਼ਾਂ ਤੇਰੇ ਘਰ ਦੇ ਵਿੱਚ ਟਿਕ ਨਹੀਂ ਸਕਦੀਆਂ। ਮਹਾਰਾਜ ਨੂੰ ਨਮਸਕਾਰ ਕੀਤੀ ਅਤੇ ਘਰ ਗਿਆ। ਘਰ ਜਾ ਕੇ ਕੀ ਵੇਖਦਾ ਹੈ
ਬਣਿਆ ਹੋਇਆ ਪੀਰਖਾਨਾ ਜਿਹੜਾ ਹੈ ਅਗਲੇ ਦਿਨ ਹੀ ਢਾਹ ਦਿੰਦਾ ਹੈ ਅਤੇ ਸੰਗਤ ਨੂੰ ਅਨਾਉਂਸ ਕਰਦਾ ਹੈ ਕਿ ਜਿਨ੍ਹਾਂ ਨੇ ਵੀ ਜੋ ਵੀ ਵਸਤੂਆਂ ਇੱਥੇ ਆਪਣੀ ਸ਼ਰਧਾ ਦੇ ਮੁਤਾਬਕ ਭੇਟ ਕੀਤੀਆਂ ਸਨ ਆਪੋ ਆਪਣੀਆਂ ਆਪਣੇ ਘਰ ਦੇ ਵਿੱਚ ਲੈ ਜਾਓ। ਅੱਜ ਤੋਂ ਮੈਂ ਸਖੀ ਸਰਵਰੀਆਂ ਦਾ ਆਗੂ ਨਹੀਂ, ਅੱਜ ਤੋਂ ਮੈਂ ਸਖੀ ਸਰਵਰੀਆਂ ਦਾ ਪੁਜਾਰੀ ਨਹੀਂ। ਮੇਰਾ ਨਾਤਾ ਹੁਣ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹੀ ਮੇਰੇ ਜੀਵਨ ਦੇ ਅੰਦਰ ਆਉਣਗੇ। ਹੁਣ ਮੈਂ ਪ੍ਰਚਾਰ ਵੀ ਕਰਾਂਗਾ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਕਰਾਂਗਾ। ਇਸ ਤੋਂ ਇਲਾਵਾ ਮੈਂ ਜੀਵਨ ਜ਼ਿੰਦਗੀ ਦੇ ਅੰਦਰ ਆਸ ਕਿਸੇ ਦੂਸਰੇ ਤੀਸਰੇ ਦੀ ਨਹੀਂ ਲਾਵਾਂਗਾ। ਇਸ ਤਰੀਕੇ ਦੇ ਨਾਲ ਕਈ ਵਾਰ ਮਾਹੌਲ ਇਸ ਤਰ੍ਹਾਂ ਦਾ ਹੁੰਦਾ ਹੈ। ਹੁਣ ਭਾਈ ਮੰਝ ਨੇ ਇੱਕਦਮ ਹੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸੰਗਤ ਕਰਕੇ ਘਰ ਜਾ ਕੇ ਪੀਰਖਾਨਾ ਢਾਹ ਥੋੜੀ ਦਿੱਤਾ ਹੋਏਗਾ, ਇੱਕਦਮ ਕੰਮ ਔਖਾ ਹੈ। ਹੁਣ ਮੰਨ ਲਓ ਆਪਾਂ ਹੀ ਕੋਈ ਅਗਿਆਨਤਾ ਵਸ ਪੂਜਾ ਕਰਦੇ ਹੋਈਏ ਤਾਂ ਇੱਕਦਮ ਜਾ ਕੇ ਉਸ ਨੂੰ ਛੱਡਣਾ ਜਿਹੜਾ ਬੜਾ ਮੁਸ਼ਕਲ ਹੈ, ਕਿਉਂਕਿ ਪਤਾ ਨਹੀਂ ਕਦੋਂ ਤੋਂ ਲੈ ਕੇ ਅਸੀਂ ਉਹ ਕਰਮ ਕਰਦੇ ਰਹੇ ਹੋਵਾਂਗੇ। ਕਈ ਵਾਰ ਪਰਿਵਾਰਕ ਜੀ ਸਾਥ ਨਹੀਂ ਦਿੰਦੇ ਹੋਣਗੇ, ਹੋ ਸਕਦਾ ਸਾਡੀ ਸਮਝ ਦੇ ਵਿੱਚ ਗੱਲ ਬੈਠ ਜਾਏ, ਰਿਸ਼ਤੇਦਾਰ ਕੀ ਕਹਿਣਗੇ, 100 ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸਮੇਂ ਵੀ ਬਣੀਆਂ ਹੋਣਗੀਆਂ ਕਿ ਲੋਕ ਕੀ ਕਹਿਣਗੇ। ਇਸ ਦੇ ਵਿੱਚ ਸਿਰਫ ਤੇ ਜੇ ਸਾਥ ਚਾਹੀਦਾ ਹੈ ਤਾਂ ਉਹ ਹੈ ਪਰਿਵਾਰਕ ਜੀਆਂ ਦਾ, ਤੇ ਸਭ ਤੋਂ ਵੱਧ ਸਾਥ ਜਿਹੜਾ ਹੈ ਉਹ ਆਪਣੀ ਪਤਨੀ ਵਾਈਫ ਦਾ ਜਿਹੜਾ ਹੈ ਉਹ ਬੰਦੇ ਨੂੰ ਹੁੰਦਾ ਹੈ ਕਿ ਜੇ ਇਹ ਮੇਰੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੀ ਹੋ ਜਾਵੇ ਤਾਂ ਦੁਨੀਆ ਦਾ ਕੋਈ ਵੀ ਰਿਸ਼ਤੇਦਾਰ ਆ ਕੇ ਸਾਨੂੰ ਇਹ ਕੰਮ ਕਰਨ ਤੋਂ ਰੋਕ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਪੜ੍ਹੀਏ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਸੱਚ ਦਾ ਹੋਕਾ ਦੁਨੀਆ ਦੇ ਅੰਦਰ ਦੇਣ ਵਾਸਤੇ ਜਾਂਦੇ ਹਨ, 3 ਪ੍ਰਚਾਰ ਦੌਰੇ ਕੀਤੇ ਹਨ। ਤਾਂ ਗੁਰੂ ਨਾਨਕ ਸਾਹਿਬ ਨੂੰ ਵੀ ਬੁਰਾ ਭਲਾ ਲੋਕਾਂ ਨੇ ਕਿਹਾ, ਕੋਈ ਕਹੇ ਭੂਤਨਾ, ਕੋਈ ਬੈਤਾਲਾ, ਕੋਈ ਕਹੇ ਆਦਮੀ ਨਾਨਕ ਵਿਚਾਰਾ, ਕੋਈ ਆਖਦਾ ਕਿ ਇਹ ਬੰਦਾ ਹੈ, ਕੋਈ ਆਖਦਾ ਇਹ ਭੂਤ ਹੈ, ਇਹ ਬੇਤਾਲਾ ਹੈ, ਇਸ ਨੂੰ ਤੇ ਆਪਣੇ ਆਪ ਦਾ ਹੀ ਨਹੀਂ ਪਤਾ, ਇਹ ਤੇ ਸਾਨੂੰ ਲੋਕਾਂ ਨੂੰ ਸਿੱਖਿਆ ਦੇਣ ਤੁਰ ਪਿਆ ਹੈ। ਬੜਾ ਕੁਝ ਮੰਦਾ ਚੰਗਾ ਲੋਕਾਂ ਨੇ ਆਪਣੀ ਸੋਚ ਦੇ ਮੁਤਾਬਕ ਬੋਲਿਆ। ਇਸ ਤਰੀਕੇ ਦੇ ਨਾਲ ਹੀ ਭਾਈ ਮੰਝ ਜੀ ਦੇ ਨਾਲ ਹੋਇਆ ਹੋਵੇਗਾ, ਤੇ ਭਾਈ ਮੰਝ ਜੀ ਦਾ ਜੋ ਸਾਥ ਉਸ ਸਮੇਂ ਉਹਨਾਂ ਦੇ ਘਰੋਂ ਮਿਲਿਆ, ਸ਼ਾਇਦ ਅੱਜ ਸਿੱਖਾਂ ਦੇ ਪਰਿਵਾਰਾਂ ਦੇ ਵਿੱਚ ਵੀ ਉਹ ਸਾਥ ਜਿਹੜਾ ਹੈ ਅੱਜ ਮਿਲਦਾ ਨਹੀਂ। ਤੇ ਬੁਰਾ ਨਾ ਮਨਾਓ, ਮੈਂ ਬੇਨਤੀ ਕਰਾਂ ਕਿ ਅਗਿਆਨਤਾ ਨੂੰ ਘਰ ਦੇ ਵਿੱਚ, ਵਹਿਮਾਂ ਭਰਮਾਂ ਨੂੰ ਘਰ ਦੇ ਵਿੱਚ ਜੇ ਜਨਮ ਦੇਣ ਵਾਲਾ ਹੈ ਉਹ ਸਿਰਫ ਤੇ ਸਿਰਫ ਜ਼ਿਆਦਾਤਰ ਔਰਤ ਹੈ। ਬੰਦਾ ਇੰਨੇ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਪੈਂਦਾ ਜਿੰਨਾ ਔਰਤ ਪੈਂਦੀ ਹੈ। ਜੇ ਉਹ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੀ ਹੋ ਜਾਵੇ ਤੇ ਜੀਵਨ ਸਮਾਜ ਸੰਸਾਰ ਦੇ ਅੰਦਰੋਂ ਪਾਤਸ਼ਾਹ ਮਹਾਰਾਜ ਭਗਤ ਨਾਮਦੇਵ ਜੀ ਦੇ ਬਚਨ ਪੜ੍ਹਦੇ ਹਾਂ। ਭਗਤ ਨਾਮਦੇਵ ਜੀ ਕਹਿਣ ਲੱਗੇ, ਜਦੋਂ ਅਸਲ ਰੱਬ ਦੀ ਸਮਝ ਆਉਂਦੀ ਨਾ ਬੰਦੇ ਨੂੰ ਤਾਂ ਦੁਨੀਆ ਦੀਆਂ ਜਿਹੜੀਆਂ ਸਿਆਣੀਆਂ ਭੈਣਾਂ ਹਨ, ਜਿਹੜੀਆਂ ਸਿਆਣੀਆਂ ਬਜ਼ੁਰਗ ਮਾਤਾਵਾਂ ਹਨ, ਘਰ ਪਰਿਵਾਰ ਦੇ ਵਿੱਚ ਜੋ ਵੀ ਸਮਾਨ ਵਾਧੂ ਦਾ ਹੁੰਦਾ ਹੈ ਨਾ, ਸਫਾਈ ਕਰਨ ਲੱਗਿਆ ਝਾੜੂ ਦੇ ਨਾਲ ਹੂੰਝ ਕੇ ਬਾਹਰ ਸੁੱਟ ਦਿੰਦੇ ਆ ਕਿ ਇਹਦਾ ਕੰਮ ਕੋਈ ਨਹੀਂ ਘਰ ਦੇ ਵਿੱਚ, ਐਵੇਂ ਥਾਂ ਘੇਰ ਕੇ ਰੱਖੀ ਹੋਈ ਹੈ। ਤਾਂ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਜਾਂ ਤੇ ਫਿਰ ਉਹ ਉਸ ਨੂੰ ਕਿਸੇ, ਮੰਨ ਲਓ ਕੋਈ ਪਲਾਸਟਿਕ ਆਦਿਕ ਹੋਵੇਗੀ ਜਿਹੜੀ ਵਰਤੋਂ ਦੇ ਵਿੱਚ ਨਹੀਂ ਆਉਂਦੀ, ਤਾਂ ਉਹ ਕੁਆੜੀਏ ਦੇ ਕੋਲ ਵੇਚ ਦਿਆ ਕਰਦੇ ਹਨ ਪਰਿਵਾਰਕ ਜੀ। ਉਹਦੇ ਵੱਟੇ ਦੇ ਵਿੱਚ ਕੋਈ ਚੰਗੀ ਚੀਜ਼ ਲੈ ਲੈਂਦੇ ਹਨ ਕਿ ਇਹ ਸਾਡੀ ਵਰਤੋਂ ਦੇ ਵਿੱਚ ਆ ਜਾਵੇਗੀ, ਇਸ ਤੋਂ ਅਸੀਂ ਕੰਮ ਲੈ ਸਕਦੇ ਹਾਂ, ਇਹ ਤੇ ਸਾਡੇ ਕੰਮ ਆ ਜਾਵੇਗੀ। ਆ ਟੁੱਟੀਆਂ ਫੁੱਟੀਆਂ ਚੀਜ਼ਾਂ ਜਿਹੜੀਆਂ ਹਨ ਇਹ ਤੇ ਸਾਡੇ ਕਿਸੇ ਕੰਮ ਨਹੀਂ ਆਉਣੀਆਂ, ਇਹਨਾਂ ਨੂੰ ਘਰ ਤੋਂ ਬਾਹਰ ਹੀ ਕਰ ਦਵੋ। ਭਗਤ ਨਾਮਦੇਵ ਜੀ ਇਸ ਗੱਲ ਦੀ ਗਵਾਹੀ ਭਰਦੇ ਹਨ ਅਤੇ ਮਹਾਰਾਜ ਕਹਿੰਦੇ ਕਿ ਇਸ ਤਰੀਕੇ ਦੇ ਨਾਲ ਹੀ ਮੈਂ ਵੀ ਜੋ ਸਮਾਜ ਸੰਸਾਰ ਦੇ ਲੋਕਾਂ ਦੀ ਰੱਬ ਦੇ ਪ੍ਰਤੀ ਵਿਚਾਰ ਬਣੀ ਹੋਈ ਸੀ, ਦੇਵੀ ਦੇਵਾ ਪੂਜੈ ਡੋਲੈ ਪਾਰ ਬ੍ਰਹਮ ਨਹੀਂ ਜਾਣਾ, ਕਹਿਤ ਕਬੀਰ ਅਕੁਲ ਨਹੀਂ ਚੇਤਿਆ ਵਿਖਿਆ ਸਿਉ
ਲਪਟਾਨਾ। ਮਹਾਰਾਜ ਕਹਿੰਦੇ ਕਿ ਅਗਿਆਨਤਾ ਦੇ ਵਿੱਚ ਪਏ ਹੋਏ ਬੰਦੇ ਦੇ ਹਾਲਾਤ ਕੁਝ ਇਸ ਤਰੀਕੇ ਦੇ ਹੋ ਗਏ ਹਨ ਕਿ ਇਹ ਅਕੁੱਲ ਪਰਮਾਤਮਾ ਨੂੰ ਚੇਤਦਾ ਨਹੀਂ, ਜਿਸ ਦੀ ਨਾ ਕੋਈ ਕੁਲ ਹੈ ਤੇ ਨਾ ਕੋਈ ਜਾਤ ਹੈ, ਜਿਹੜਾ ਜਾਤ ਪਾਤ ਸਮੇਂ ਭੇਦ ਭਾਵ ਵਿਤਕਰੇ ਤੋਂ ਉੱਪਰ ਹੈ, ਉਸ ਪਰਮਾਤਮਾ ਨੂੰ ਇਹ ਚੇਤਦਾ ਨਹੀਂ ਤੇ ਹੋਰ ਹੀ ਕੰਮਾਂ ਦੇ ਵਿੱਚ ਜਿਹੜਾ ਹੈ ਇਹ ਉਲਝਿਆ ਹੋਇਆ ਹੈ। ਸਤਿਗੁਰੂ ਮਹਾਰਾਜ ਪਾਵਨ ਸ਼ਲੋਕ ਦੇ ਅੰਦਰ ਕਹਿਣ ਲੱਗੇ, ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ, ਇਸ ਪਰਵਾਸੈ ਜੋ ਰਹਿ ਬੂਢੇ ਕਾਲੀ ਧਾਰ। ਮਹਾਰਾਜ ਜੀ ਪਾਵਨ ਸ਼ਲੋਕ ਦੇ ਅੰਦਰ ਵਿਚਾਰ ਬਖਸ਼ਿਸ਼ ਕਰਦੇ ਹਨ ਕਿ ਦੁਨੀਆ ਦੇ ਲੋਕ ਇੱਕ ਪੱਥਰ ਨੂੰ ਪਾਰ ਬ੍ਰਹਮ ਕਰਕੇ ਸਮਝਦੇ ਹਨ, ਉਸ ਨੂੰ ਰੱਬ ਦਾ ਨਾਂ ਦੇ ਕੇ ਮੰਨਦੇ ਹਨ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ। ਦੁਨੀਆ ਦੇ ਲੋਕ ਉਸ ਪੱਥਰ ਨੂੰ ਪੂਜਦੇ ਹਨ, ਕੀ ਸਮਝ ਕੇ ਕਿ ਇਹ ਅਸਲ ਦੇ ਵਿੱਚ ਰੱਬ ਹੈ, ਅਸੀਂ ਰੱਬ ਦੀ ਪੂਜਾ ਕਰ ਰਹੇ ਹਾਂ। ਪੱਥਰ ਅਨੇਕਾਂ ਤਰੀਕਿਆਂ ਦੇ ਨਾਲ ਅੱਜ ਪੂਜਦਾ ਹੋਇਆ ਬੰਦਾ ਨਜ਼ਰ ਆ ਜਾਵੇਗਾ, ਪਰ ਮਹਾਰਾਜ ਜੀ ਅੱਗੇ ਕਹਿਣ ਲੱਗੇ, ਇਸ ਪਰਵਾਸੈ ਜੋ ਰਹਿ ਬੂਢੇ ਕਾਲੀ ਧਾਰ। ਜਿਹੜਾ ਇਸ ਭਰੋਸੇ ਦੇ ਉੱਤੇ ਰਹਿੰਦਾ ਨਾ ਕਿ ਆਪ ਪੱਥਰ ਦੀ ਪੂਜਾ ਕੀਤਿਆਂ ਮੈਂ ਅਕਾਲ ਪੁਰਖ ਪਰਮਾਤਮਾ ਦੀ ਪੂਜਾ ਕਰ ਰਿਹਾ ਹਾਂ, ਮਹਾਰਾਜ ਕਹਿਣ ਲੱਗੇ ਬੂਢੇ ਕਾਲੀ ਧਾਰ, ਉਹ ਇਸ ਤਰੀਕੇ ਦੇ ਨਾਲ ਕਾਲੇ ਪਾਣੀਆਂ ਦੇ ਵਹਾਅ ਵਿੱਚ ਡੁੱਬ ਜਾਇਆ ਕਰਦੇ ਹਨ। ਮਤਾਂ ਉਹ ਭਰਮ ਭੁਲੇਖੇ ਦੇ ਵਿੱਚ ਰਹਿ ਜਾਣ ਕਿ ਪੱਥਰ ਦੀ ਪੂਜਾ ਕੀਤੀ ਹੋਈ ਇਹ ਅਕਾਲ ਪੁਰਖ ਪਰਮਾਤਮਾ ਰੱਬ ਦੀ ਪੂਜਾ ਹੈ। ਮਹਾਰਾਜ ਸਮੁੰਦਰ ਦਾ ਪਾਣੀ ਜਿੰਨਾ ਜ਼ਿਆਦਾ ਗਹਿਰਾ ਹੁੰਦਾ ਜਾਏਗਾ ਨਾ, ਉਨਾ ਜ਼ਿਆਦਾ ਵੇਖਣ ਨੂੰ ਉਹ ਕਾਲਾ ਨਜ਼ਰ ਆਵੇਗਾ। ਜਿੰਨਾ ਜ਼ਿਆਦਾ ਗਹਿਰਾ ਜਾਏਗਾ ਉਨਾ ਜ਼ਿਆਦਾ ਸਾਡੀਆਂ ਇਹਨਾਂ ਅੱਖਾਂ ਨੂੰ ਉਸ ਦਾ ਰੰਗ ਜਿਹੜਾ ਹੈ ਉਹ ਬਦਲਦਾ ਹੋਇਆ ਨਜ਼ਰ ਆਵੇਗਾ। ਮਹਾਰਾਜ ਜੀ ਕਹਿਣ ਲੱਗੇ ਜਿਹੜੇ ਇਸ ਤਰੀਕੇ ਦੇ ਨਾਲ ਪੱਥਰਾਂ ਦੀ ਪੂਜਾ ਦੇ ਵਿੱਚ, ਤਸਵੀਰਾਂ ਦੀ ਪੂਜਾ ਦੇ ਵਿੱਚ ਪਏ ਹੋਏ ਹਨ, ਉਹ ਵੀ ਕੁਝ ਇਸ ਤਰੀਕੇ ਦੇ ਨਾਲ ਘੋਰ ਅਗਿਆਨਤਾ ਦੇ ਵਿੱਚ ਪੈ ਚੁੱਕੇ ਹਨ। ਮੰਨ ਲਓ ਹੁਣ ਦੱਸਿਆ ਨਹੀਂ ਜਾ ਸਕਦਾ ਕਿ ਬੰਦੇ ਦੇ ਜੀਵਨ ਦੇ ਅੰਦਰ, ਬੰਦੇ ਦੀ ਜ਼ਿੰਦਗੀ ਦੇ ਅੰਦਰ ਕਿੰਨੀ ਅਗਿਆਨਤਾ ਆ ਗਈ ਹੈ, ਕਿੰਨੀ ਅਗਿਆਨਤਾ ਦੇ ਵਸ ਪੈ ਕੇ ਬੰਦਾ ਆਪਣੇ ਜੀਵਨ ਨੂੰ ਬਤੀਤ ਕਰ ਰਿਹਾ ਹੈ। ਕਬੀਰ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜ੍ਹੀਏ ਤਾਂ ਪਾਤਸ਼ਾਹ ਮਹਾਰਾਜ ਕਹਿੰਦੇ ਬੰਦਾ ਵੇਖੋ ਸੋਚਦਾ ਕੁਝ ਨਹੀਂ, ਇੱਕ ਪੱਥਰ ਨੂੰ ਤੇ ਇਹ ਰੱਬ ਮੰਨ ਕੇ ਬੈਠਾ ਹੋਇਆ ਹੈ ਤੇ ਉਸੇ ਹੀ ਪੱਥਰ ਦਾ ਟੁਕੜਾ ਇੱਕ ਜਿਹੜਾ ਹੈ ਉਸ ਨੂੰ ਪੈਰਾਂ ਦੇ ਹੇਠ ਦਬਾ ਕੇ ਬੈਠਾ ਹੋਇਆ। ਇੱਕ ਪੱਥਰ ਨੂੰ ਤੇ ਰੱਬ ਸਵੀਕਾਰ ਕੀਤਾ ਹੋਇਆ, ਦੂਸਰੇ ਪੱਥਰ ਦੀ ਕੋਈ ਪਾਇਆ ਹੀ ਨਹੀਂ ਸਮਝਦਾ, ਦੂਸਰੇ ਨੂੰ ਪੈਰਾਂ ਤੇ ਜਾਂ ਜਿੱਦਾਂ ਮਰਜ਼ੀ ਜੋ ਮਨ ਕਰਦਾ ਹੈ ਉਸ ਨੂੰ ਉਸੇ ਤਰੀਕੇ ਦੇ ਨਾਲ ਵਰਤਣਾ ਸ਼ੁਰੂ ਕਰ ਦਿੰਦਾ ਹੈ। ਪਾਤਸ਼ਾਹ ਮਹਾਰਾਜ ਕਹਿੰਦੇ ਏਕੈ ਪਾਥਰ ਕੀਜੈ ਭਾਉ, ਦੂਜੈ ਪਾਥਰ ਧਰੀਐ ਪਾਉ, ਜੇ ਉਹ ਦਿਓ ਤਾਂ ਉਹ ਵੀ ਦੇਵਾ। ਮਹਾਰਾਜ ਜੀ ਨੇ ਸਵਾਲ ਕੀਤਾ ਕਿ ਜਿਸ ਨੂੰ ਤੁਸੀਂ ਪੂਜ ਰਹੇ ਹੋ ਇਹ ਤੇ ਕਲਾਕਾਰੀ ਹੈ, ਬੰਦੇ ਦੇ ਕੋਲ ਕਲਾਕਾਰੀ ਸੀ, ਉਸਨੇ ਪੱਥਰ ਨੂੰ ਘੜ ਕੇ ਇੱਕ ਮੂਰਤੀ ਦਾ ਰੂਪ ਦੇ ਦਿੱਤਾ, ਪਰ ਇਹ ਤੇ ਨਹੀਂ ਸੀ ਨਾ ਕਿਹਾ ਕਿ ਇਹ ਖਰੀਦ ਕੇ ਇਸ ਨੂੰ ਰੱਬ ਮੰਨ ਕੇ ਤੁਸੀਂ ਆਪਣੇ ਘਰ ਦਾ ਸ਼ਿੰਗਾਰ ਬਣਾਇਓ। ਉਸਨੇ ਆਪਣੀ ਕਮਾਈ ਕਰਨੀ ਸੀ, ਕਮਾਈ ਕਰ ਲਈ। ਅਸੀਂ ਉਸ ਕਲਾਕਾਰੀ ਤੋਂ ਇਤਨੇ ਕੁਰਬਾਨ ਗਏ, ਅਸੀਂ ਕੋਈ ਮੇਲਾ ਅਜਿਹਾ ਨਹੀਂ ਛੱਡਦੇ ਜਿੱਥੋਂ ਅਸੀਂ ਤਸਵੀਰਾਂ ਮਨ ਘੜਤ ਬੁੱਤ ਖਰੀਦ ਕੇ ਨਾ ਲਿਆਂਦੇ ਹੋਣ। ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਗੁਰਮਤਿ ਸਮਾਗਮਾਂ ਤੇ ਹਾਜ਼ਰੀ ਜ਼ਰੂਰ ਭਰਦੇ ਹਾਂ, ਪਰ ਸਤਿਗੁਰੂ ਜੀ ਦਾ ਉਪਦੇਸ਼ ਵਿਰਲੇ ਲੋਕ ਹਨ ਜਿਹੜੇ ਆਪਣੇ ਮਨ ਦੇ ਵਿੱਚ ਵਸਾ ਕੇ ਲੈ ਕੇ ਆਉਂਦੇ ਹਨ, ਨਹੀਂ ਤੇ ਨਮਸਕਾਰ ਸਤਿਗੁਰੂ ਨੂੰ ਕਰਕੇ ਤੇ ਖਰੀਦ ਕੇ ਸਮਾਨ ਬਾਹਰੋਂ ਹੀ ਆਪਣੇ ਘਰ ਪਰਿਵਾਰਾਂ ਨੂੰ ਮੁੜ ਆਉਂਦੇ ਹਨ। ਸਤਿਗੁਰ ਮਹਾਰਾਜ ਜੀ ਕਹਿਣ ਲੱਗੇ ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਬੰਦੇ ਦੇ ਵਹਿਮਾਂ ਭਰਮਾਂ ਦੀ ਕੀ ਗੱਲ ਬਿਆਨ ਕੀਤੀ ਜਾ ਸਕਦੀ ਹੈ, ਕਿਸ ਤਰੀਕੇ ਦੇ ਨਾਲ ਪਤਾ ਨਹੀਂ ਕਿੰਨੀ ਕੁ ਅਗਿਆਨਤਾ ਦੇ ਵਿੱਚ ਬੰਦਾ ਪੈ ਚੁੱਕਾ ਹੈ, ਕਿੰਨੇ ਕੁ ਵਹਿਮੀ ਬਣ ਚੁੱਕੇ ਹਨ ਤੇ ਕਿਸ ਤਰੀਕੇ ਦੇ ਨਾਲ ਅਗਿਆਨਤਾ ਦੇ ਵਸ ਪੈ ਕੇ ਅਗਿਆਨਤਾ ਨੂੰ ਹੀ ਆਪਣੇ ਜੀਵਨ ਦਾ ਆਸਰਾ ਬਣਾਉਂਦਾ ਹੈ।
आओ सतगुर महाराज करन किरपा, आपां सारे गुरु ग्रंथ साहिब पातशाह महाराज जी दी पावन बाणी दा आसरा लईए। फोकट कर्मां नूं, पाखंडां नूं, धर्म दे नां दे उत्ते फैलाए जा रहे कर्मकांड नूं अपने जीवन